ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਦੀ ਵਾਰ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ। 8 ਪੌੜੀਆਂ ਔਰ ਸ਼ਲੋਕਾਂ ਦੀ ਵਿਚਾਰ ਅਸੀਂ ਸੰਪੂਰਨ ਕਰ ਚੁੱਕੇ ਹਾਂ। ਅੱਜ 9ਵੀਂ ਪੌੜੀ ਦੇ ਨਾਲ ਦੇ ਸ਼ਲੋਕਾਂ ਤੋਂ ਅਗਲੀ ਵਿਚਾਰ ਸ਼ੁਰੂ ਕਰਦੇ ਹਾਂ ਜੀ। ਤੋਂ ਪਹਿਲਾ ਸ਼ਲੋਕ ਦਾ ਪਾਠ ਕਰਦੇ ਹਾਂ। ਸ਼ਲੋਕ ਮਹਿਲਾ ਤੀਜਾ। ਪੜ ਪੜ ਪੰਡਿਤ ਵੇਦ ਵਖਾਣਾ, ਮਾਇਆ ਮੋਹ ਸੁਹਾਏ। ਦੂਜੇ ਭਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੈ ਸਜਾਏ। ਜਿਨ ਜਿਉ ਪਿੰਡ ਦਿੱਤਾ, ਤਿਸ ਕਬੂ ਨਾ ਚੇਤੈ। ਜੋ ਦੇਂਦਾ ਰਿਜ਼ਕ ਸੰਭਾਹੇ, ਜਮ ਕਾ ਫਾਹਾ ਗਲੋਂ ਨਾ ਕੱਟੀਐ। ਫਿਰ ਆਵੈ ਜਾਏ। ਮਨਮੁਖ ਕਿਛੂ ਨਾ ਸੂਝੈ ਅੰਧਲੇ, ਪੂਰਬ ਲਿਖਿਆ ਕਮਾਏ। ਪੂਰੇ ਭਾਗ ਸਤਿਗੁਰ ਮਿਲੈ ਸੁਖ ਦਾਤਾ, ਨਾਮ ਵਸੈ ਮਨ ਆਏ। ਸੁਖ ਮਾਨੈ ਸੁਖ ਪਹਿਨਣਾ, ਸੁਖੈ ਸੁਖ ਵਿਹਾਏ। ਨਾਨਕ ਸੋ ਨਾਉ ਮਨੋ ਨਾ ਵਿਸਾਰੀਐ, ਜਿਤ ਦਰ ਸੱਚਾ ਸ਼ੋਭਾ ਪਾਏ। ਤੋ ਇਸ ਸ਼ਲੋਕ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਨ ਜਿਹੜੇ ਅਖਵਾਂਦੇ ਹਨ, ਧਰਮੀ, ਗਿਆਨਵਾਨ, ਧਾਰਮਿਕ ਨੌਲੇਜ ਰੱਖਣ ਵਾਲੇ, ਪਰ ਸੁਰਤ ਉਹਨਾਂ ਦੀ, ਧਿਆਨ ਉਹਨਾਂ ਦਾ ਉਹ ਹੋਰ ਗੱਲਾਂ ਵਿੱਚ ਹੈ। ਤੋ ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਹਨ ਪੰਡਤਾਂ ਦਾ, ਜਿਹੜੇ ਵੇਦਾਂ ਦਾ ਪਠਨ ਪਾਠਨ ਕਰਦੇ ਹਨ, ਲੋਕਾਂ ਨੂੰ ਵੇਦਾਂ ਦੀ ਵਿਆਖਿਆ ਕਰਕੇ ਸੁਣਾਉਂਦੇ ਹਨ, ਪਰ ਉਹਨਾਂ ਦੇ ਮਨ ਦੇ ਵਿੱਚ ਜੋ ਮੇਨ ਇੱਛਾ ਹੁੰਦੀ ਹੈ ਕਿ ਇਸ ਤਰੀਕੇ ਦੇ ਨਾਲ ਸਾਨੂੰ ਵੱਧ ਤੋਂ ਵੱਧ ਮਾਇਆ ਮਿਲ ਜਾਵੇ। ਉਹਨਾਂ ਦੇ ਮਨ ਦੇ ਵਿੱਚ ਵਿਚਾਰ ਇਹੀ ਹੁੰਦਾ ਹੈ। ਜੋ ਜਿਹੜੀ ਚੀਜ਼ ਪੜ੍ਹ ਕੇ ਉਹ ਸੁਣਾ ਰਹੇ ਨੇ, ਉਹਦੇ ਨਾਲ ਉਹਨਾਂ ਦਾ ਕੋਈ ਲਾਗਾ ਤਾਗਾ ਹੁੰਦਾ ਨਹੀਂ ਹੈ। ਉਸ ਗਿਆਨ ਨੂੰ ਉਹ ਆਪਣੇ ਉੱਤੇ ਨਹੀਂ ਲਾਗੂ ਕਰਦੇ। ਸੋ ਪੜ ਪੜ ਪੰਡਿਤ ਵੇਦ ਵਖਾਣਾ, ਮਾਇਆ ਮੋਹ ਸੁਆਏ। ਵਖਾਣੇ ਦਾ ਅਰਥ ਹੁੰਦਾ ਹੈ ਵਿਆਖਿਆ ਕਰਨੀ, ਐਕਸਪਲੇਨ ਕਰਨਾ। ਪੜ ਪੜ ਦੋਨੋਂ ਉਡਾੜੇ ਨਾਲ, ਸਿਹਾਰੀ ਦੇ ਨਾਲ ਆਏ ਹਨ। ਪੜ ਕੇ ਪੰਡਿਤ ਲੋਕ ਵੇਦ ਵਖਾਣਾ। ਪੰਡਿਤ ਤੱਤਾ ਮੁਕਤੇ ਨਾਲ ਆਇਆ ਹੈ, ਜੋ ਕਿ ਬਹੁਵਚਨ ਨਾਉਨ, ਪੁਲਿੰਗ ਨਾਉਨ ਦਾ ਸੂਚਕ ਹੈ। ਇਸ ਕਰਕੇ ਜੋ ਉਹਦੀ ਕਿਰਿਆ ਹੈ ਉਹ ਵੀ ਵਖਾਣਾ ਹੈ। ਹਾਹੇ ਨੂੰ ਸਿਹਾਰੀ ਦੇ ਨਾਲ ਆਈ ਹੈ, ਜਿਹੜੀ ਬਹੁਵਚਨ ਦੀ ਕਿਰਿਆ ਹੈ। ਤੇ ਵੇਦ ਕਿਉਂਕਿ ਗਿਣਤੀ ਵਿੱਚ ਇੱਕ ਤੋਂ ਵੱਧ ਹਨ, ਇਸ ਕਰਕੇ ਵੇਦ ਦਾ ਦੱਦਾ ਵੀ ਮੁਕਤਾ ਹੈ। ਆਮ ਤੌਰ ਤੇ 4 ਵੇਦਾਂ ਦੀ ਗੱਲ ਆਉਂਦੀ ਹੈ। ਸੋ ਵੇਦਾਂ ਨੂੰ ਪੜ ਪੜ ਕੇ ਪੰਡਿਤ ਲੋਕ ਉਹਦੀ ਵਿਆਖਿਆ ਕਰਦੇ ਹਨ, ਪਰ ਅਸਲ ਵਿੱਚ ਨੀਅਤ ਉਹਨਾਂ ਦੀ ਹੁੰਦੀ ਹੈ ਮਾਇਆ ਦੇ ਰਸ ਨੂੰ ਮਾਨਣ ਦੀ, ਉਹਦੇ ਨਾਲ ਮੋਹ ਦੀ। ਸਵਾਏ ਲਫ਼ਜ਼ ਦਾ ਜੋ ਅਖਰੀ ਅਰਥ ਹੈ ਉਹ ਸਵਾਦ ਵੀ ਹੈ ਤੇ ਮਨੋਰਥ ਵੀ ਹੈ। ਜਿਵੇਂ ਆਪਣੇ ਸਵਾਏ, ਉੱਥੇ ਆਪਣੇ ਮਨੋਰਥ ਵਾਸਤੇ, ਆਪਣੀ ਮਕਸਦ ਵਾਸਤੇ ਉਹਦਾ ਮੀਨਿੰਗ ਹੋ ਜਾਂਦਾ ਹੈ। ਸਵਾਏ ਲਫ਼ਜ਼ ਸਵਾਦ, ਜੀਭ ਦੇ ਸਵਾਦਾਂ ਵਾਸਤੇ ਵੀ ਵਰਤਿਆ ਗਿਆ ਹੈ। ਤੋ ਲੇਕਿਨ ਸਵਾਦ ਵੀ ਜਿਹੜਾ ਬੰਦੇ ਨੂੰ ਆਉਂਦਾ ਉਹਦੇ ਵਿੱਚੋਂ ਹੀ ਹੈ, ਜਿਹੜੀ ਜਿਸ ਚੀਜ਼ ਵਿੱਚ ਉਹਦਾ ਇੰਟਰਸਟ ਹੁੰਦਾ ਹੈ, ਜਿਹੜੀ ਚੀਜ਼ ਉਹਦੇ ਮਨ ਦੇ ਵਿੱਚ ਪਹਿਲਾਂ ਜਿਹਦੇ ਬਾਰੇ ਉਹਦੇ ਮਨ ਦੇ ਵਿੱਚ ਇੱਛਾ ਜਾਗਦੀ ਹੈ। ਤੋ ਮਾਇਆ ਹਾਸਲ ਕਰਨ ਦੀ ਮਨ ਦੇ ਵਿੱਚ ਇੱਛਾ ਹੁੰਦੀ ਹੈ, ਉਹਦੇ ਅੰਦਰ ਇਹ ਕਾਮਨਾ ਹੁੰਦੀ ਹੈ ਕਿ ਮੈਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਮਾਇਆ ਮਿਲੇ, ਤਾਂ ਹੀ ਉਹਨੂੰ ਉਸਦੇ ਮੋਹ ਦੇ ਵਿੱਚੋਂ ਸਵਾਦ ਆਉਂਦਾ ਹੈ। ਤੋ ਸਵਾਏ ਦਾ ਅਰਥ ਚਾਹੇ ਸਵਾਦ ਕੀਤਾ ਜਾਏ ਤੇ ਚਾਹੇ ਮਕਸਦ ਜਾਂ ਮਨੋਰਥ ਕੀਤਾ ਜਾਵੇ, ਭਾਵ ਇਹਦਾ ਹੀ ਹੈ ਕਿ ਵੀ ਪੰਡਤਾਂ ਦੀ ਇੱਛਾ ਜਿਹੜੀ ਹੈ ਉਹ ਮਾਇਆ ਕਮਾਉਣ ਦੀ ਹੁੰਦੀ ਹੈ, ਜਿਹਦੇ ਪਿੱਛੇ ਉਹ ਵੇਦਾਂ ਦੀ ਵਿਆਖਿਆ ਕਰਕੇ ਆਪਣੇ ਜਜਮਾਨਾਂ ਨੂੰ, ਲੋਕਾਂ ਨੂੰ ਸੁਣਾਉਂਦੇ ਹਨ। ਔਰ ਇਸ ਚੀਜ਼ ਨੂੰ ਅਗਰ ਜੇ ਬ੍ਰੌਡ ਪਰਸਪੈਕਟਿਵ ਨਾਲ ਦੇਖਿਆ ਜਾਏ ਤਾਂ ਅੱਜ ਦੇ ਜ਼ਮਾਨੇ ਵਿੱਚ ਜਿੰਨੇ ਵੀ ਸਾਡੇ ਸੋ ਕਾਲਡ ਧਾਰਮਿਕ ਪ੍ਰਚਾਰਕ ਹਨ, ਚਾਹੇ ਉਹ ਗ੍ਰੰਥੀ ਹਨ, ਚਾਹੇ ਕਥਾਕਾਰ ਹਨ, ਚਾਹੇ ਰਾਗੀ ਹਨ, ਉਹਨਾਂ ਸਭ ਦਾ ਮਕਸਦ, ਪ੍ਰੋਫੈਸ਼ਨਲ ਜਿਹੜੇ ਖਾਸ ਤੌਰ ਤੇ ਜਿਹੜੇ ਪ੍ਰੋਫੈਸ਼ਨਲੀ ਇਹ ਕੰਮ ਕਰਦੇ ਹਨ, ਉਹਨਾਂ ਦਾ ਮਕਸਦ ਇਹ ਹੀ ਹੁੰਦਾ ਹੈਗਾ ਕਿ ਬਈ ਉਹ ਗੁਰਬਾਣੀ ਦੀ ਵਿਆਖਿਆ ਜਾਂ ਗੁਰਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਸੁਣਾਉਣ ਤੇ ਬਦਲੇ ਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ, ਚੰਗੀ ਤੋਂ ਜ਼ਿਆਦਾ ਮਾਇਆ
ਮਿਲੇ। ਜੇ ਤਾਂ ਉਹ ਕੀਰਤਨ ਕਰਦਿਆਂ, ਕਥਾ ਦੀ ਵਿਆਖਿਆ ਕਰਦਿਆਂ ਉਸ ਦੇ ਵਿੱਚੋਂ ਗਿਆਨ ਜਿਹੜਾ ਹਾਸਲ ਹੋ ਸਕਦਾ ਹੈ ਕਰਕੇ ਉਸ ਗਿਆਨ ਨੂੰ ਆਪਣੇ ਜੀਵਨ ਦੇ ਉੱਤੇ ਵੀ ਅਪਲਾਈ ਕਰਨ, ਤੇ ਫਿਰ ਤਾਂ ਉਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ ਕਿ ਭਈ ਮਾਇਆ ਵੀ ਨਾਲ ਮਿਲੇ ਤੇ ਗੁਰਬਾਣੀ ਦਾ ਜੋ ਅਰਥ ਭਾਵ ਹੈ ਉਹ ਉਹਨਾਂ ਦੇ ਆਪਣੇ ਜੀਵਨ ਦੇ ਉੱਤੇ ਵੀ ਲਾਗੂ ਹੋ ਜਾਵੇ, ਤਾਂ ਇਹ ਤਾਂ ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲੀ ਗੱਲ ਹੋ ਜਾਏਗੀ, ਜਿਹਦੇ ਵਿੱਚ ਕੋਈ ਬੁਰਾਈ ਨਹੀਂ ਹੈ। ਪਰ ਦਿੱਕਤ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਬਾਣੀ ਦੇ ਜੋ ਉਪਦੇਸ਼ ਹਨ ਉਹ ਸਿਰਫ ਸੁਣਾਉਣ ਵਾਸਤੇ ਹੀ ਬੋਲੇ ਜਾਂਦੇ ਹਨ ਤੇ ਆਪਣੇ ਉੱਤੇ ਲਾਗੂ ਨਹੀਂ ਕੀਤੇ ਜਾਂਦੇ, ਤਾਂ ਉਦੋਂ ਫਿਰ ਗੁਰਬਾਣੀ ਜਿਹੜੀ ਉਹਨਾਂ ਦੇ ਵਾਸਤੇ ਹੋਰ ਗੱਲਾਂ ਆਉਂਦੀਆਂ ਹਨ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਬੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕੁਝ ਜਾਣਦਾ। ਤਾਂ ਕਰਤੇ ਨੂੰ ਤਾਂ ਸਭ ਕੁਝ ਪਤਾ ਹੈ ਨਾ ਕਿ ਵੀ ਬੰਦਾ ਕੀ ਕਰ ਰਿਹਾ ਹੈ। ਸੰਗਤਾਂ ਨੂੰ, ਸੁਣਨ ਵਾਲਿਆਂ ਨੂੰ ਲੱਗ ਸਕਦਾ ਹੈ ਕਿ ਭਈ ਇਹ ਬੰਦਾ ਬੜੇ ਹੀ ਪਿਆਰ ਦੇ ਨਾਲ ਬਾਣੀ ਪੜ੍ਹ ਰਿਹਾ ਹੈ, ਇਹਦਾ ਤੇ ਆਪਣਾ ਜੀਵਨ ਵੀ ਬਾਣੀ ਦੇ ਅਨੁਕੂਲ ਹੀ ਹੋਏਗਾ, ਪਰ ਐਸਾ ਬਹੁਤਾਤ ਹਾਲਤਾਂ ਵਿੱਚ ਹੁੰਦਾ ਨਹੀਂ ਹੈ। तो ऐसे ही लोग पुराने जमाने भी होंगे आ रहे हैं, तो गुरु अमरदास पातशाह ने जो ये विख्यान किया है उन्होंने भी अपने आले दुआले इस चीज़ का वरतारा देखा ही होएगा जिसकी डिस्क्रिप्शन वो इस श्लोक दे रहे हैं। तो सानू समझने वास्ते ये गल समझ लेनी चाहिए है कि जे गुरु साहब ने उस वेले दे पंडितां दी जो अवस्था बयान की है, जे अज साडे मजहब दे विच जिहड़े प्रचारक हैं जे उन्हां दी भी यही अवस्था होवे ਤਾਂ ਇਹ ਜੋ ਗੁਰਬਾਣੀ ਦੀ ਸਿੱਖਿਆ ਹੈ ਇਹ ਉਹਨਾਂ ਦੇ ਉੱਤੇ ਵੀ ਉਨੀ ਹੀ ਲਾਗੂ ਹੁੰਦੀ ਹੈ। ਤੇ ਜਿਹੜਾ ਮੈਂ ਤੁਹਾਨੂੰ ਇਸ ਸ਼ਲੋਕ ਦੀ ਵਿਆਖਿਆ ਕਰਕੇ ਸੁਣਾ ਰਿਹਾ ਹਾਂ, ਜੇ ਮੇਰੇ ਆਪਣੇ ਜੀਵਨ ਦੇ ਵਿੱਚ ਵੀ ਇਸ ਗੁਰਬਾਣੀ ਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਨਾ ਹੋਵੇ ਤੇ ਮਾਇਆ ਤੇ ਚਲੋ ਭਾਵੇਂ ਮੈਂ ਨਾ ਹੀ ਇਹਦੇ ਬਦਲੇ ਕਮਾ ਰਿਹਾ, ਪਰ ਬਾਕੀ ਦਾ ਮਾਇਆ ਦੇ ਜਿਹੜੇ ਹੋਰ ਸਵਾਦ ਨੇ ਧਨ ਨੂੰ ਛੱਡ ਦਿਓ ਇੱਕ ਪਾਸੇ, ਪਰ ਇਹਦੇ ਨਾਲ ਮਾਇਆ ਦੇ ਹੋਰ ਬੜੇ ਰੂਪ ਹੁੰਦੇ ਹਨ। ਬੰਦਾ ਆਪਣੀ ਵਾਹਵਾ ਸੁਣਨ ਦਾ ਚਾਹਵਾਨ ਹੁੰਦਾ ਹੈ, ਬੰਦਾ ਆਪਣੇ ਆਪ ਨੂੰ ਦੂਜੇ ਲੋਕਾਂ ਦੇ ਵਿੱਚ ਚੰਗਾ ਆਪਣੀ ਰੈਪੂਟੇਸ਼ਨ ਬਣਾਉਣ ਦੀ ਇੱਛਾ ਰੱਖਦਾ ਹੈ, ਤੇ ਜੇ ਐਸੇ ਵੀ ਵਿਚਾਰ ਮਨ ਦੇ ਵਿੱਚ ਹਾਵੀ ਹੋ ਜਾਣ ਤਾਂ ਉਹ ਵੀ ਮਾਇਆ ਦਾ ਹੀ ਇੱਕ ਰੂਪ ਹੋ ਜਾਂਦੇ ਹਨ। ਤਾਂ ਇਸ ਲਈ ਇਸ ਮਾਇਆ ਦੇ ਮੋਹ ਦੀ ਜੋ ਡੈਫੀਨੇਸ਼ਨ ਹੈ ਉਹ ਕਾਫੀ ਵਾਈਡ ਹੈ, ਨਿਰੇ ਧਨ ਦੌਲਤ ਦੇ ਨਾਲ ਨਹੀਂ ਹੈ। ਪਰ ਆਮ ਹਾਲਾਤਾਂ ਦੇ ਵਿੱਚ ਮਾਇਆ ਨੂੰ ਜਿਸ ਅਰਥਾਂ ਦੇ ਵਿੱਚ ਅਸੀਂ ਵਰਤਦੇ ਹਾਂ ਉਹ ਧਨ ਪਦਾਰਥ ਦੇ ਅਰਥਾਂ ਦੇ ਵਿੱਚ ਹੀ ਵਰਤਦੇ ਹਾਂ। ਤਾਂ ਉਹ ਵੀ ਬਹੁਤਾਤ ਕੇਸਾਂ 'ਚ ਖਾਸ ਤੌਰ 'ਤੇ ਜਿਹੜੇ ਪ੍ਰੋਫੈਸ਼ਨਲ ਧਾਰਮਿਕ ਲੋਕ ਹੁੰਦੇ ਹਨ ਉਹਨਾਂ ਦੇ ਉੱਤੇ ਤਾਂ ਉਹ ਵਾਲੀ ਡੈਫੀਨੇਸ਼ਨ ਵੀ ਲਾਗੂ ਹੁੰਦੀ ਹੀ ਹੈ। ਪੜ ਪੜ ਪੰਡਿਤ ਵੇਦ ਵਖਾਣੈ, ਮਾਇਆ ਮੋਹ ਸੁਆਏ, ਦੂਜੈ ਭਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੈ ਸਜਾਏ। ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੇ ਪੰਡਿਤ ਲੋਕ ਵੇਦਾਂ ਨੂੰ ਪੜ ਪੜ ਕੇ ਉਹਨਾਂ ਦੀ ਵਿਆਖਿਆ ਕਰਦੇ ਹਨ, ਪਰ ਉਹਨਾਂ ਦਾ ਆਪਣਾ ਸਵਾਦ, ਉਹਨਾਂ ਦਾ ਆਪਣਾ ਮਕਸਦ ਕੇਵਲ ਮਾਇਆ ਦਾ ਮੋਹ ਹੀ ਹੁੰਦਾ ਹੈ, ਵੱਧ ਤੋਂ ਵੱਧ ਮਾਇਆ ਕਮਾਣੀ ਇਹ ਉਹਨਾਂ ਦਾ ਮਕਸਦ ਹੁੰਦਾ ਹੈ, ਤਾਂ ਐਸੇ ਲੋਕਾਂ ਦੇ ਵਾਸਤੇ ਉਹ ਕਹਿੰਦੇ ਹਨ ਕਿ ਦੂਜਾ ਪਾਏ, ਭਾਵ ਮਾਇਆ ਦੇ ਪਿਆਰ ਦੇ ਵਿੱਚ ਉਹਨਾਂ ਨੇ ਹਰ ਨਾਮ ਵਿਸਾਰਿਆ, ਪ੍ਰਭੂ ਦਾ ਨਾਮ ਤਾਂ ਉਹਨਾਂ ਨੇ ਭੁਲਾ ਦਿੱਤਾ ਹੁੰਦਾ, ਵਿਸਾਰਿਆ, ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ। ਤਾਂ ਐਸੇ ਲੋਕ ਗੁਰੂ ਅਮਰਦਾਸ ਦੀ ਨਜ਼ਰਾਂ ਦੇ ਵਿੱਚ ਮੂਰਖ ਮਨ ਵਾਲੇ ਹੁੰਦੇ ਹਨ ਤੇ ਉਹਨਾਂ ਨੂੰ ਪ੍ਰਭੂ ਦੀ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ। ਮਨ ਮੂਰਖ ਮਿਲਿਆ ਸਜਾਏ, ਇਹ ਮੂਰਖ ਮਨ ਵਾਲੇ ਲੋਕ ਹਨ ਜਿਹੜੇ ਮਾਇਆ ਦੇ ਸਵਾਦ ਦੇ ਵਿੱਚ ਰਚੇ ਹੋਏ ਹਨ, ਜਿਨ੍ਹਾਂ ਦੀ ਸਾਰੀ ਅਟੈਂਸ਼ਨ ਜਿਹੜੀ ਹੈ ਉਹ ਮਾਇਆ ਨੂੰ ਕਮਾਉਣ ਵਾਲੇ ਪਾਸੇ ਹੈ, ਤੇ ਜੋ ਧਾਰਮਿਕ ਪੁਸਤਕਾਂ ਪੜ ਪੜ ਕੇ ਉਹ ਦੂਜਿਆਂ ਨੂੰ ਸੁਣਾ ਰਹੇ ਹਨ ਉਹਦੇ ਵਿੱਚੋਂ ਆਪ ਉਹ ਆਪਣੇ ਜੀਵਨ ਵਿੱਚ ਕੁਝ ਵੀ ਅਪਲਾਈ ਨਹੀਂ ਕਰਦੇ, ਉਹਦੇ ਤੋਂ ਕੁਝ ਆਪ ਨਹੀਂ ਸਿੱਖਦੇ। ਤਾਂ ਐਸੇ ਲੋਕਾਂ ਨੂੰ ਮੂਰਖ ਮਨ ਵਾਲੇ ਅਤੇ ਸਜ਼ਾ ਦੇ ਹੱਕਦਾਰ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ ਕਿ ਦੂਜਾ ਪਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲਿਆ ਸਜ਼ਾਏ, ਉਹਨਾਂ ਨੂੰ ਸਜ਼ਾ ਮਿਲਦੀ ਹੈ ਪ੍ਰਭੂ ਦੀ ਦਰਗਾਹ ਦੇ ਵਿੱਚ। ਅੱਗੇ ਫਰਮਾਉਂਦੇ ਹਨ ਕਿ ਜਿਨ ਜੀਓ ਪਿੰਡ ਦਿੱਤਾ ਤਿਸ ਕਬੂ ਨਾ ਚੇਤੈ, ਜੋ ਦੇਂਦਾ ਰਿਜ਼ਕ ਸੰਭਾਏ।
ਉਹ ਐਸੇ ਮੂਰਖ ਮਨ ਵਾਲੇ ਲੋਕ ਉਸ ਪ੍ਰਭੂ ਨੂੰ ਕਦੀ ਵੀ ਚੇਤੇ ਨਹੀਂ ਕਰਦੇ ਜਿਨਨੇ ਉਹਨਾਂ ਨੂੰ ਇਹ ਜ਼ਿੰਦਗੀ ਦਿੱਤੀ ਹੈ, ਸਰੀਰ ਦਿੱਤਾ ਹੈ, ਅਤੇ ਜੋ ਉਹਨਾਂ ਦੇ ਸਰੀਰ ਜ਼ਿੰਦਗੀ ਦੀ ਕੰਟੀਨਿਊਏਸ਼ਨ ਵਾਸਤੇ, ਉਹਨਾਂ ਦੇ ਸਰੀਰ ਦੀ ਪਾਲਣਾ ਦੇ ਵਾਸਤੇ ਸਾਰੇ ਰਿਜ਼ਕ ਜੋ ਵੀ ਧਨ ਪਦਾਰਥ ਦੀ ਜੋ ਲੋੜ ਹੈ ਉਹ ਸਾਰੀ ਉਹਨਾਂ ਦੇ ਵਾਸਤੇ ਮੁਹੱਈਆ ਕਰਾਂਦਾ ਹੈ, ਉਹਨਾਂ ਨੂੰ ਪਹੁੰਚਾਉਂਦਾ ਹੈ। ਰਿਜ਼ਕ ਸੰਭਾਏ ਤੋਂ ਭਾਵ ਹੈ ਕਿ ਉਹਨਾਂ ਨੂੰ ਰਿਜ਼ਕ ਪਹੁੰਚਾਉਂਦਾ ਹੈ, ਐਸੇ ਵਸੀਲੇ ਬਣਾ ਦਿੰਦਾ ਹੈ, ਐਸੇ ਹਾਲਾਤ ਬਣਾ ਦਿੰਦਾ ਹੈ ਕਿ ਉਹਨਾਂ ਨੂੰ ਆਪਣੇ ਸਰੀਰ ਦੀ ਪਾਲਣਾ ਵਾਸਤੇ, ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਧਨ ਪਦਾਰਥ ਅਤੇ ਰਿਜ਼ਕ ਦੀ ਜੋ ਵੀ ਉਹਨਾਂ ਦੀ ਜ਼ਰੂਰਤਾਂ ਨੇ ਉਹ ਸਾਰੀਆਂ ਪੂਰੀਆਂ ਹੁੰਦੀਆਂ ਨੇ। ਅਤੇ ਜਿਸ ਪ੍ਰਭੂ ਦੀ ਬਖਸ਼ਿਸ਼ ਸਦਕਾ ਹੀ ਉਹਨਾਂ ਨੂੰ ਇਹ ਸਰੀਰ ਅਤੇ ਸਰੀਰ ਦੇ ਅੰਦਰ ਜੀਵਨ ਜਿੰਦ ਮਿਲੀ ਹੈ, ਐਸੇ ਪ੍ਰਭੂ ਨੂੰ ਉਹ ਕਦੀ ਵੀ ਯਾਦ ਨਹੀਂ ਕਰਦੇ, ਉਹਨੂੰ ਭੁਲਾ ਦਿੰਦੇ ਹਨ। ਜਿਨ ਜਿਉ ਪਿੰਡ ਦਿੱਤਾ ਤਿਸ ਕਬੂ ਨਾ ਚੇਤੇ, ਉਹਨੂੰ ਕਦੀ ਚੇਤੇ ਹੀ ਨਹੀਂ ਕਰਦੇ ਜੋ ਉਹਨਾਂ ਦੀ ਸਾਰੇ ਜੀਵਨ ਦੀ ਪਾਲਣਾ ਦਾ ਵੀ ਪੂਰਾ ਸਬਬ ਬਣਾਉਂਦਾ ਹੈ। तो ऐसे लोगों दे फिर जिंदगी किहो जी बीतती है कि जम का फाहा गलों ना कट्टी है फिर आवे जाए। तो जेड़े सिर्फ माया दे प्यार दे विच ही रुझे रह के हरि दे नाम नूं भुला दिंदे हन, हरि नूं अपने चेते विच नहीं लिआंदे, उन्हां दे गलों वो जम दा फाहा नहीं कट्टिया जांदा। भाव जमन ते मरण दा जो गेड़ है ਉਹ ਉਹਨਾਂ ਦਾ ਕਦੀ ਫਿਰ ਮੁਕਦਾ ਨਹੀਂ ਹੈ, ਫਿਰ ਆਵੇ ਜਾਏ, ਕਦੀ ਜੰਮਦੇ ਹਨ ਕਦੀ ਮਰਦੇ ਹਨ, ਉਹ ਇਹਨਾਂ ਦਾ ਗੇੜ ਚੱਲਦਾ ਹੀ ਰਹਿੰਦਾ ਹੈ। ਜੰਮਣਾ ਮਰਨਾ, ਫਿਰ ਮੁੜ ਕੇ ਜੰਮਣਾ ਫਿਰ ਮਰਨਾ, ਇਹ ਉਹਨਾਂ ਦੇ ਹਾਲਾਤ ਬਣੇ ਰਹਿੰਦੇ ਹਨ। ਤਾਂ ਉਸੇ ਵਾਸਤੇ ਹੀ ਗੁਰੂ ਸਾਹਿਬ ਨੇ ਇਹਨੂੰ ਇਸ ਤਰ੍ਹਾਂ ਡਿਸਕ੍ਰਾਈਬ ਕੀਤਾ ਹੈ ਕਿ ਜਮ ਕਾ ਫਾਹਾ ਗਲੋਂ ਨਾ ਕੱਟੀ ਹੈ ਫਿਰ ਆਵੇ ਜਾਏ। ਜਿਵੇਂ ਕਿ ਬਈ ਉਹਨਾਂ ਦੇ ਗਲੇ 'ਚ ਜਮ ਦੀ ਫਾਹੀ ਪਈ ਰਹਿੰਦੀ ਹੈ, ਮੌਤ ਦਾ ਜੋ ਪਰਛਾਵਾਂ ਹੈ ਉਹਨਾਂ ਦੇ ਉੱਤੇ ਹਮੇਸ਼ਾ ਹੀ ਰਹਿੰਦਾ ਹੈ, ਤੇ ਫਿਰ ਮਰਦੇ ਹਨ ਤੇ ਫਿਰ ਮੁੜ ਕੇ ਜੰਮਦੇ ਹਨ, ਕਿਉਂਕਿ ਉਹਨਾਂ ਨੂੰ ਇਸ ਜੰਮਣ ਮਰਨ ਦੇ ਗੇੜ ਤੋਂ ਛੁਟਕਾਰਾ ਨਹੀਂ ਮਿਲਦਾ। ਐਸੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੋਕਾਂ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਮਨਮੁਖ ਕਿਛੂ ਨਾ ਸੂਝੈ ਅੰਧਲੇ ਪੂਰਬ ਲਿਖਿਆ ਕਮਾਏ। ਉਹ ਗਿਆਨ ਤੋਂ ਅੰਨੇ ਮਨੁੱਖ ਜਿਹੜੇ ਸਿਰਫ ਮਨ ਦੇ ਮਗਰ ਹੀ ਤੁਰਦੇ ਹਨ ਤੇ ਮਨ ਦੇ ਮਗਰ ਤੁਰ ਕੇ ਕੇਵਲ ਮਾਇਆ ਦੇ ਵਿੱਚ ਹੀ ਖਚਤ ਰਹਿੰਦੇ ਹਨ, ਉਹ ਅਸਲ ਦੇ ਵਿੱਚ ਆਪਣੇ ਪੂਰਬ ਲਿਖਿਆ ਕਮਾਏ, ਭਾਵ ਜਿਹੜੇ ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਪੂਰਬ ਲਿਖਿਆ ਕਮਾਨ ਤੋਂ ਭਾਵ ਕੀ ਹੈ? ਪੂਰਬ ਲਿਖਿਆ ਹੁੰਦਾ ਹੈ ਹੁਣ ਦੇ ਸਮੇਂ ਤੋਂ ਪਹਿਲਾਂ ਦਾ ਲਿਖਿਆ ਹੋਇਆ। ਤਾਂ ਹੁਣ ਦੇ ਸਮੇਂ ਤੋਂ ਪਹਿਲਾਂ ਕਿਹੜਾ ਸਮਾਂ ਹੈ? ਇਸ ਜੀਵਨ ਦਾ ਜਿਹੜਾ ਪਹਿਲਾ ਸਮਾਂ ਹੈ ਉਹ ਵੀ ਪੂਰਬ ਹੈ, ਹੁਣ ਤੋਂ ਪਹਿਲਾਂ ਦਾ ਹੈ। ਤੇ ਜੇ ਕੋਈ ਸਾਡਾ ਇਸ ਤੋਂ ਪਹਿਲਾਂ ਦਾ ਜਨਮ ਸੀ, ਤਾਂ ਉਸ ਜਨਮ ਦੇ ਵਿੱਚ ਜੋ ਕੁਝ ਅਸੀਂ ਕਰਕੇ ਆਏ ਹਾਂ ਉਹਦੇ ਜੋ ਸੰਸਕਾਰ ਹਨ ਉਹ ਵੀ ਸਾਡੇ ਜਿਹੜੇ ਹਨ ਨਾਲ ਲਿਖੇ ਹੋਏ, ਉਹਨਾਂ ਦਾ ਵੀ ਪ੍ਰਭਾਵ ਸਾਡੇ ਉੱਤੇ ਨਾਲ ਹੀ ਚੱਲਦਾ ਆ ਰਿਹਾ ਹੈ। ਤਾਂ ਇਹ ਜੋ ਸੰਸਕਾਰਾਂ ਦਾ ਪ੍ਰਭਾਵ ਹੈ, ਜੀਵ ਕੋਈ ਵੀ ਕਰਮ ਕਰਦਾ ਹੈ ਉਹ ਆਪਣੇ ਵਿਚਾਰਾਂ ਦੇ ਅਧੀਨ ਕਰਦਾ ਹੈ, ਤੇ ਮਨ ਦੇ ਵਿਚਾਰ ਜਿਹੜੇ ਹਨ ਉਹ ਮਨ ਦੇ ਸੰਸਕਾਰਾਂ ਦੇ ਵਿੱਚੋਂ ਹੀ ਉਪਜਦੇ ਹਨ। ਤਾਂ ਜਿਹੜੇ ਸੰਸਕਾਰ ਪਹਿਲੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਬਣ ਜਾਂਦੇ ਹਨ, ਪੱਕੇ ਹੋਏ ਹੁੰਦੇ ਹਨ, ਉਹਦੇ ਮੁਤਾਬਕ ਹੀ ਜੀਵ ਦੇ ਮਨ ਦੇ ਅੰਦਰ ਵਿਚਾਰ ਪੈਦਾ ਹੁੰਦੇ ਹਨ, ਉਹਨਾਂ ਵਿਚਾਰਾਂ ਦੇ ਮੁਤਾਬਕ ਹੀ ਫਿਰ ਕਰਮ ਕੀਤੇ ਜਾਂਦੇ ਹਨ, ਤੇ ਅੱਗੋਂ ਉਹਨਾਂ ਕਰਮਾਂ ਦਾ ਫਿਰ ਅਸਰ ਹੋਰ ਸੰਸਕਾਰ ਬਣ ਕੇ ਸਾਡੇ ਮਨ ਦੇ ਉੱਤੇ ਹੋਰ ਪੱਕਾ ਹੋ ਜਾਂਦਾ ਹੈ। ਤਾਂ ਇਹ ਜਿਹੜੇ ਮਨ ਦੇ ਮਗਰ ਤੁਰਨ ਵਾਲੇ ਮਨੁੱਖ ਹਨ ਉਹ ਤਾਂ ਆਪਣੇ ਪੁਰਾਣੇ ਸੰਸਕਾਰਾਂ ਦੇ ਅਧੀਨ ਹੀ ਫਿਰ ਮਾਇਆ ਦੇ ਵਿੱਚ ਹੀ ਖਚਤ ਰਹਿੰਦੇ ਹਨ। ਉਹਨਾਂ ਨੂੰ ਕੋਈ ਗੁਰੂ ਦੇ ਗਿਆਨ ਦੀ ਸੋਝੀ ਨਹੀਂ ਹੁੰਦੀ ਕਿ ਉਹ ਪੁਰਾਣੇ ਆਪਣੇ ਲਿਖੇ ਸੰਸਕਾਰਾਂ ਦੇ ਅਨੁਸਾਰ ਹੀ, ਉਹਦੇ ਮੁਤਾਬਕ ਹੀ ਕੇਵਲ ਤੇ ਕੇਵਲ ਮਾਇਆ ਦੇ ਵਿੱਚ ਖਚਤ ਰਹਿ ਕੇ ਮਾਇਆ ਦੇ ਸਵਾਦਾਂ ਦੇ ਅਨੁਸਾਰ ਹੀ ਕੰਮ ਕਰਦੇ ਰਹਿੰਦੇ ਹਨ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਪੂਰਾ ਭਾਗ ਸਤਿਗੁਰ ਮਿਲਿਆ ਸੁਖ ਦਾਤਾ, ਨਾਮ ਵਸੈ ਮਨ ਆਏ। ਇੱਥੇ ਜੋ ਵਿਸ਼ਰਾਮ ਹੈ ਇਹ ਅਲੱਗ-ਅਲੱਗ ਟੀਕਾਕਾਰਾਂ ਨੇ ਅਲੱਗ-ਅਲੱਗ ਜਗ੍ਹਾ ਤੇ ਦਿੱਤਾ ਹੈ। ਕੁਝ ਇੱਕ ਨੇ ਪੂਰਾ ਭਾਗ ਸਤਿਗੁਰ ਮਿਲਿਆ ਤੋਂ ਬਾਅਦ ਵਿਸ਼ਰਾਮ ਦਿੱਤਾ ਹੈ, ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਦਰਪਣ ਦੇ ਵਿੱਚ ਪੂਰਾ ਭਾਗ ਸਤਿਗੁਰ ਮਿਲਿਆ ਸੁਖ ਦਾਤਾ ਇੱਥੇ ਵਿਸ਼ਰਾਮ ਦੇ ਕੇ ਤੇ ਨਾਮ ਵਸੈ ਮਨ ਆਏ ਦੀ ਗੱਲ ਕੀਤੀ ਹੈ। ਹਾਲਾਂਕਿ ਅਰਥ ਦੋਨੋਂ ਹੀ ਤਰੀਕੇ ਦੇ ਨਾਲ ਗੁਰਮਤਿ ਦੇ ਅਨੁਕੂਲ ਕੀਤੇ ਜਾ ਸਕਦੇ ਹਨ, ਤੇ ਈਵਨ ਅਗਰ ਜੇ ਸੁਖ ਦਾਤਾ ਨੂੰ ਦੇਲੀ ਦੀਪਕ ਦੇ ਰੂਪ ਵਿੱਚ ਦੋਨੋਂ ਪਾਸੇ ਵੀ ਲਗਾ ਲਿਆ ਜਾਵੇ ਤਾਂ ਵੀ
अर्थ सही बन जाते हैं। क्यों? क्योंकि सतगुरु भी सुखदाता है ते नाम प्रभु का जड़ा है वह भी सुखदाता है। तो अगर जे असी पहला विश्राम मिले ते लगा दईए कि पूरा भाग सतगुर मिले के पूरे भाग दे नाल चंगे भागां दे नाल ही सतगुर नाल मिलाप हुंदा है ते सतगुर दे मिलन दे करके ही सुखदाई नाम मन दे विच आके वसदा है। इंज अर्थ बनते हैं। जे सुखदाता नूं सतगुर मिले दे नाल जोड़ के पढ़िया जावे ते सुखदाता तो बाद कौमा लगाया जावे तां अर्थ इउं बनणगे पूरा भाग सतगुर मिले सुखदाता कि पूरे भागां दे नाल चंगी किस्मत दे नाल ही सुख देण वाला गुरु प्राप्त हुंदा है। ते गुरु सुखदाता क्यों है? क्योंकि गुरु तां प्रभु दे नाम दे नाल ही जोड़दा है, यही सिੱਖਿਆ ਦਿੰਦਾ है कि प्रभु दा नाम हिरदे च वसाओ। इस करके वो जीवन दे विच सुख देण वाला बन जाता है। गुरु की सिੱਖਿਆ ਦੇ ਮੁਤਾਬਕ ਹੀ ਇਨਸਾਨ ਦੁੱਖ ਕਲੇਸ਼ਾਂ ਤੋਂ ਬਚਦਾ ਹੈ ਤੇ ਗੁਰੂ ਦੀ ਸਿੱਖਿਆ ਦੇ ਸਦਕਾ ਹੀ ਨਾਮ ਵਸੈ ਮਨ ਆਏ, ਜਿਹਦੇ ਕਰਕੇ ਜੀਵਨ ਦੇ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ। तो मन ਦੇ ਵਿੱਚ ਨਾਮ ਵਸਦਾ ਹੈ ਗੁਰੂ ਦੀ ਸਿੱਖਿਆ ਦੁਆਰਾ ਹੀ। तो गुरु सारे सुखों का दाता इस करके भी बन जाता है। तो अगर दोनों पासे लगा दो, सतगुरु भी सुखदाता है तो सुखदाई नाम जड़ा है वो मन दे विच आके वस जाता है। तो इस करके इत्थे विश्राम अलग अलग जगह भावें अलग अलग लगाया गया है। अर्थ जड़े हैं वो गुरमत सिद्धांतां के अनुकूल ही बनते हैं कि पूरे कर्मां दे सदका ही सुख देण वाला सतगुरु प्राप्त हुंदा है ते सुखदाई नाम हिरदे च वस जाता है गुरु की सिੱਖਿਆ द्वारा। तो ਜਿਹੜਾ गुरु की ਸਿੱਖਿਆ ਨੂੰ अपना के अपने जीवन दे विच प्रभु के नाम के नाल नेड़ता हासिल कर लेंदा है, प्रभु के नाम ਨੂੰ ਹਿਰਦੇ 'ਚ ਵਸਾ ਲੈਂਦਾ है, फिर ਉਹਦਾ जीवन सुखी ਹੁੰਦਾ है। तो ਉਹਦੇ ਵਾਸਤੇ फिर अगली पंक्ति गुरु साहब ਇਉਂ डिस्क्राइब करते हैं, सुख मानै सुख पहनना सुखे सुख विहाए। तो ये जे चंगे भागां वाले मनुख जिन्हां दा मिलाप सतगुरु दे नाल हो जाता है, वो फिर जीवन दे विच सच्चा सुख माणदे हैं, चंगे सुखां वाले ही पहरावा पहनते हैं ਅਤੇ ਉਹਨਾਂ ਦੀ ਉਮਰ ਜਿਹੜੀ ਹੈ ਉਹ ਵੀ ਸੁਖ ਦੇ ਵਿੱਚ ਹੀ ਬੀਤਦੀ ਹੈ। ਭਾਵ ਇਨ ਜਨਰਲ ਉਹਨਾਂ ਦਾ ਸਾਰਾ ਜੀਵਨ ਹੀ ਸੁਖ ਦੀ ਅਵਸਥਾ ਵਿੱਚ, ਆਨੰਦ ਦੀ ਅਵਸਥਾ ਦੇ ਵਿੱਚ ਬਤੀਤ ਹੁੰਦਾ ਹੈ। ਉਹਨਾਂ ਦਾ ਜੀਵਨ ਦੁੱਖਾਂ ਕਲੇਸ਼ਾਂ ਤੋਂ ਬਚਿਆ ਰਹਿੰਦਾ ਹੈ। तो इसलिए आखिरी पंक्ति गुरु साहब प्रेरणा करते हुए सानू समझाते हैं, नानक सो नाउ मनो ना विसारी है जित दर सच्चा शोभा पाए। कि ऐसे नाम नू कभी भी सानू अपने मन तो भुलाना नहीं चाहिए, जिस नाम दा सदका उस सच्चे प्रभु दे दर ते ओदी दरगाह दे विच जाके इंसान नू शोभा मिलती है, इज्जत मिलती है। तो ऐसे प्रभु का नाम कभी भी अपने हृदय चों भुलाना नहीं चाहिए। नाम भुलता क्यों है? क्योंकि जिहड़ा इंसान मन के मगर तुरदा है, तो मन का सुभाव है कि वह माया के मोह च खिचत रहिंदा है। पुराने संस्कारों के असर का सदका माया के नाल ही प्यार हुंदा है। तो माया के नाल प्यार पैन का सदका दूजा पाए हर नाम विसारिया, वो फिर हरि का नाम विसर जाता है। हालांकि ऐसे मनुख नूं गुरु साहब ने मूर्ख मन वाला क्या है और सजा का भागी मरण वाला दसिया है, पर फिर भी बहुतात दुनिया जड़ी है वो इस ही तरह के हालात विच विचरदी है कि माया के मोह के खचत होके माया के नाल ही प्यार पाए रखते हैं ते हरि के नाम नूं वो विसार देंदे हैं। इतना भी नहीं उन्होंने ख्याल आंदा कि जीवन, ये जिंदगी, ये शरीर, ये सारे जो ने धन पदार्थ हैं, सारे सुख आराम के साधन हैं, ये सब उस प्रभु की बख्शिश का सदका ही प्राप्त हुंदे हैं। तो जिहड़े रब नूं भुला देंदे हैं वो फिर जन्म मरण के गेड़ दे विच पए हुए जमदे मरदे और भटकते ही रहिंदे हैं। पर पूरे किस्मत के भागां सदका जिन्हां दे चंगे संस्कारां दे करके या प्रभु की बख्शिश का सदका जिन्हां दा मिलाप सच्चे गुरु दे नाल हो जाता है, वो फिर प्रभु के नाम दे नाल उन्हां दी सुरत जुड़ जाती है तो उन्हां दा जीवन आनंदमई सुखमई हो जाता है। दूसरे श्लोक दे विच हुण गुरु साहब फरमाते हैं, महला तीजा, सतगुर सेव सुख पाया सच नाम गुणतास,
गुरमती आप पछाणिया, राम नाम परगास, सच्चो सच कमावना, वडियाई वड्डे पास, जियो पिंड सब तिसका, सिफत करे अरदास, सच्चे शब्द सालाहना, सुखे सुख निवास, जप तप संयम मनै माहे, बिन नामै त्रिग जीवास, गुरमती नाव पाइयै, मनमुख मोह विनाश, ज्यों पावै त्यों राख तू, नानक तेरा दास। तो इस श्लोक के अंदर भी हुण गुरु साहब जो है सतगुरु की ही वडियाई कर रहे हैं कि जिन्हां भी मनुखा ने सतगुरु की शरण ग्रहण करके सतगुरु की शरण विच पै के सतगुरु की सेवा की। सतगुरु की सेवा की है? सतगुरु के हुक्म की कमाई करनी, सतगुरु के हुक्म के अनुसार जीवन जीना, ये सतगुरु की सेवा है। सतगुरु की सेवा ये नहीं है कि सोने के चीज़ां बना बना के ते सतगुरु के स्थान नूं सजावटां नाल सजाया जाए, या सोहणे कलीन विछा दिते जान, या सोहना संगमरमर लगवा दिता जाए, सोने दी पालकियां बना दित्तियां जान। कई लोगों के मनां विच है भी ऐसा काम करके वो सतगुरु की सेवा कर रहे हैं। तो ये एक भुलेखे की गल है कि इन्हां चीज़ों के नाल सतगुरु जी खुश होंदे हैं। ये सारियां चीज़ां आम लोगों को लुभायमान करदियां हन, उन्हां नूं चंगियां लगदियां हन। सजावटां देख के असीं लोकी अपनियां अखां नूं समझदे हां कि भी वाह क्या सोहना नज़ारा वेखण नूं मिलिया है। सोने की पालकी की कीमत साडी अखां विच शायद ज़्यादा हो सकती है, गुरु की नज़रां विच सोने की पालकी या लक्कड़ के भूरे दे विच लक्कड़ का जो पीढ़ा है उन्हां दे विच कोई फर्क नहीं है। सतगुर सेव सुख पाया, सो सुख की प्राप्ति उन्हां नूं हुंदी है ਜਿਹੜੇ सतगुर की सेवा करते हैं, भाव सतगुर के हुक्म की कमाई करते हैं, सच नाम गुणतास, उन्होंने फिर वो सदा थिर रहन वाला नाम जो सारे गुणों का खजाना है उसकी प्राप्ति। ऐसे लोगों गुरु के हुक्म की कमाई करने का सदका सदा थिर रहन वाला सदा कायम रहन वाला प्रभु का नाम जो सारे गुणों का खजाना है उसकी प्राप्ति हो जाती है। तो जो सारे सुखों नूं देण वाला भी है उहदे सदका सुखों की प्राप्ति भी होती है। पर ये पहचान ये नाम दे नाल जो जोड़ है ये बनता है गुरु की मत द्वारा। गुरमती आप पछाणिया, राम नाम प्रगास, गुरु की मत ग्रहण करन दे नाल ही उन्होंने अपने आपे की सोझी होंदी है। उन्होंने ये एहसास हो जाता है कि भाई अपने अंदर इंसान के हौमे के प्रभाव का सदका, माया के प्रभाव का सदका, विकारां दे नाल अंदर खिच होंदी है, उन्होंने वास्ते अट्रैक्शन होंदी है, उन्होंने स्वादां दे वास्ते भावना पैदा होंदी है, संस्कार ऐसे इंसान के अंदर होंदे हन। पर गुरु की मत जो मिल जाती है तो इन्हां चीज़ों की फिर पहचान हो जाती है तो बंदा उन्होंने अधीन होने तो सुचेत हो जाता है, बच जाता है। ਉਹਦੇ अंदर फिर राम नाम प्रगास, राम के नाम का प्रभु के नाम का चानन हो जाता है। उस चानन दे विच वो जिहड़ी असलीयत है वो प्रगट हो जाती है। ਜਿਹੜੇ ਪਹਿਲਾਂ ਮਾਇਆ ਦੇ ਅੰਧਕਾਰ ਦੇ ਵਿੱਚ ਬੰਦਾ ਗਵਾਚਿਆ ਰਹਿੰਦਾ ਸੀ, ਉਹਨੂੰ ਸੋਝੀ ਨਹੀਂ ਸੀ ਹੁੰਦੀ ਕਿ ਉਹਦੇ ਜੀਵਨ ਦਾ ਸਹੀ ਮਾਰਗ ਕੀ ਹੈ। ਉਹ ਰਾਮ ਨਾਮ ਦੇ ਚਾਨਣ ਦੇ ਵਿੱਚ ਫਿਰ ਉਹਨੂੰ ਆਪਣੇ ਜੀਵਨ ਦਾ ਸਹੀ ਮਾਰਗ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਸ ਨੂੰ ਜੀਵਨ ਦੀ ਜਾਂਚ ਸਮਝ ਆ ਜਾਂਦੀ ਹੈ ਕਿ ਸੱਚੋ ਸੱਚ ਕਮਾਵਣਾ, ਵਡਿਆਈ ਵੱਡੇ ਪਾਸ। ਅਸਲ ਜੀਵਨ ਦੀ ਵਡਿਆਈ ਜਿਹੜੀ ਹੈ ਉਸ ਵੱਡੇ ਪ੍ਰਭੂ ਦੇ जो सब तो वड्डा है उस प्रभु के पास है। वो सच्चे दे ही नाम की कमाई करनी ही जीवन का मकसद है। तो वो सिफतां करदियां होया ही फिर वो असल वडियाई का पात्र इंसान बन सकता है। दुनियावी पदार्थों को इकट्ठे करके माया इकट्ठी करके कोई वडियाई हासिल नहीं होंदी। वो जिहड़ी वडियाई कोई बंदे नूं मिलदी भी है वो झूठी वडियाई होंदी है, केवल दुनियादार लोगों के वल्लों मिली हुई नाश हो जाने वाली वडियाई होंदी है। असल वडियाई उस प्रभु के पासों प्राप्त होंदी है जदों उस सदा थिर कायम रहने वाले प्रभु के नाम नूं कमाना, जीवन दे विच उसकी याद नूं हमेशा अपने अंग संग रखना, हिरदे विच सुरत दे विच प्रभु का नाम टिका के रखना, सच्चे सच की कमाई करनी,
यही असल वडियाई ਦੀ ਅਵਸਥਾ ਬਣਦੀ ਹੈ, ਜਿਹਦੇ ਜਿਸ ਵਜ੍ਹਾ ਕਰਕੇ ਵਡਿਆਈ ਪ੍ਰਾਪਤ ਹੁੰਦੀ ਹੈ ਔਰ ਵਡਿਆਈ ਮਿਲਦੀ ਹੈ ਪ੍ਰਭੂ ਪਾਸੋਂ। ਦੁਨਿਆਵੀ ਵਡਿਆਈ ਜਿਹੜੀ ਹੈ ਉਸਦਾ ਕੋਈ ਮੁੱਲ ਨਹੀਂ ਹੈ, ਅਸਲ ਵਡਿਆਈ ਉਸ ਪ੍ਰਭੂ ਪਾਸੋਂ ਹੀ ਮਿਲਦੀ ਹੈ। ਜਿਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ, ਇਸ ਲਈ ਉਹ ਐਸੇ ਪ੍ਰਭੂ ਦੀਆਂ ਸਿਫਤਾਂ ਕਰਦਾ ਹੋਇਆ, ਉਸਦੇ ਗੁਣ ਗਾਉਂਦਾ ਹੋਇਆ, ਉਹਦੇ ਅੱਗੇ ਹੀ ਇਸੇ ਅਰਦਾਸ ਵਿੱਚ ਜੁੜਿਆ ਰਹਿੰਦਾ ਹੈ ਕਿ ਪ੍ਰਭੂ ਜੋ ਤੇਰਾ ਸਭ ਕੁਝ ਦਿੱਤਾ ਹੋਇਆ ਹੈ, ਤੇਰੀ ਯਾਦ ਮੈਨੂੰ ਮੇਰੇ ਹਿਰਦੇ ਵਿੱਚੋਂ, ਮੇਰੀ ਸੁਰਤ ਵਿੱਚੋਂ ਕਦੀ ਵੀ ਨਾ ਭੁੱਲ ਜਾਵੇ। ਸੋ ਇਹ ਅਰਦਾਸ ਉਹਦੇ ਹਿਰਦੇ ਵਿੱਚੋਂ ਤਾਂ ਹੀ ਨਿਕਲਦੀ ਹੈ ਜਦੋਂ ਗੁਰੂ ਦੀ ਮੱਤ ਦਾ ਸਦਕਾ ਉਹਨੂੰ ਆਪਣੇ ਅੰਦਰਲੇ ਦੀ, ਆਪਣੇ ਆਪੇ ਦੀ ਅਸਲੀਅਤ ਦੀ ਪਹਿਚਾਨ ਹੋ ਜਾਂਦੀ ਹੈ ਤੇ ਉਸ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸਭ ਵਡਿਆਈਆਂ, ਸਭ ਦਾਤਾਂ ਉਸ ਪ੍ਰਭੂ ਪਾਸੋਂ ਹੀ ਪ੍ਰਾਪਤ ਹੁੰਦੀਆਂ ਹਨ। ਤਾਂ ਉਸ ਪ੍ਰਭੂ ਦੇ ਹੀ ਗੁਣ ਗਾਉਂਦਾ ਹੋਇਆ ਉਹਦੇ ਅੱਗੇ ਹਮੇਸ਼ਾ ਇਹ ਅਰਦਾਸ ਕਰਦਾ ਹੈ ਕਿ ਤੇਰੀ ਦਾਤਾਂ ਦੇ ਨਾਲ ਖਚਤ ਨਾ ਹੋ ਕੇ ਤੈਨੂੰ ਹੀ ਮੈਂ ਹਮੇਸ਼ਾ ਆਪਣੇ ਚੇਤੇ ਵਿੱਚ ਰੱਖਾਂ ਤੇ ਕਦੀ ਵੀ ਤੈਨੂੰ ਨਾ ਭੁਲਾਵਾਂ। ਸੋ ਉਸ ਦਾ ਸਦਕਾ ਸੱਚਾ ਸ਼ਬਦ ਸਲਾਹਨ ਸੁਖੇ ਸੁਖ ਨਿਵਾਸ, ਸ਼ਬਦ ਦੇ ਰਾਹੀਂ ਉਸ ਸੱਚੇ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਹਮੇਸ਼ਾ ਹੀ ਫਿਰ ਉਹ ਜੀਵ ਸੁਖ ਦੇ ਵਿੱਚ ਟਿਕਿਆ ਰਹਿੰਦਾ ਹੈ, ਉਹਦੇ ਜੀਵਨ ਵਿੱਚ ਹਮੇਸ਼ਾ ਹੀ ਸੁਖ ਰਹਿੰਦਾ ਹੈ। ਜਪ ਤਪ ਸੰਜਮ ਮਨੈ ਮਾਹੇ ਬਿਨ ਨਾਮੈ ਤ੍ਰਿਗ ਜੀਵਾਸ। ਤਾਂ ਹੁਣ ਇੱਥੇ ਕੰਪੈਰੀਜ਼ਨ ਕਰਦੇ ਹੋਇਆ ਗੁਰੂ ਸਾਹਿਬ ਇਸ ਗੱਲ ਨੂੰ ਦ੍ਰਿੜ ਕਰਵਾ ਰਹੇ ਹਨ ਕਿ ਜਿਹੜਾ ਇਨਸਾਨ ਉਸ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਦਾ ਹੈ, ਉਹਦਾ ਜੀਵਨ ਐਸਾ ਹੋ ਜਾਂਦਾ ਹੈ ਕਿ ਉਸ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਹੀ ਜਪ ਤਪ ਅਤੇ ਸੰਜਮ ਦੇ ਜਿੰਨੇ ਵੀ ਸਾਰੇ ਕਰਮ ਹਨ, ਉਹ ਸਾਰੇ ਹੀ ਉਹਦੇ ਮਨ ਦੇ ਵਿੱਚ ਉਹਨੂੰ ਅੰਦਰੋਂ ਹੀ ਪ੍ਰਾਪਤ ਹੋ ਜਾਂਦੇ ਹਨ। ਜੋ ਉਹਨਾਂ ਦਾ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਪ ਤਪ ਸੰਜਮ ਆਦਿ ਕਰਮ ਕਰਕੇ ਜੋ ਫਲ ਦੀ ਪ੍ਰਾਪਤੀ ਹੋਣੀ ਹੈ, ਉਹ ਪ੍ਰਭੂ ਦੇ ਨਾਲ ਸੁਰਤ ਟਿਕਾਣ ਦੇ ਵਿੱਚ, ਪ੍ਰਭੂ ਦੇ ਨਾਲ, ਪ੍ਰਭੂ ਦੀ ਯਾਦ ਦੇ ਵਿੱਚ ਜੁੜਨ ਦੇ ਨਾਲ ਹੀ ਸਭ ਆਪਣੇ ਹਿਰਦੇ ਦੇ ਵਿੱਚ ਹੀ ਉਸਨੂੰ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਤੇ ਜਿਹੜੇ ਨਾਮ ਤੋਂ ਟੁੱਟੇ ਰਹਿੰਦੇ ਹਨ, ਉਹਨਾਂ ਦਾ ਜੋ ਜੀਵਨ ਹੈ ਉਹ ਤ੍ਰਿਕਾਰ ਯੋਗ ਹੀ ਰਹਿੰਦਾ ਹੈ, ਫਿਟਕਾਰ ਯੋਗ ਰਹਿੰਦਾ ਹੈ। ਤਾਂ ਨਾਮ ਦੇ ਦਾ ਹੀ ਜੋ ਹੈ ਇਹ ਸਮਝ ਲਓ ਕਿ ਇੱਕ ਡਿਵਾਈਡਿੰਗ ਲਾਈਨ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ, ਉਹਨਾਂ ਦਾ ਜੀਵਨ ਹਮੇਸ਼ਾ ਸੁਖ ਦੇ ਵਿੱਚ ਬਤੀਤ ਹੁੰਦਾ ਹੈ, ਆਨੰਦ ਦੀ ਅਵਸਥਾ ਵਿੱਚ ਹੁੰਦਾ ਹੈ, ਹਰ ਤਰ੍ਹਾਂ ਦੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਤੇ ਨਾਮ ਤੋਂ ਜਿਹੜੇ ਟੁੱਟੇ ਹੋਏ ਹਨ, ਉਹਨਾਂ ਦਾ ਜੀਵਨ ਵੀ ਫਿਟਕਾਰਨ ਯੋਗ ਹੈ, ਤ੍ਰਿਕਾਰ ਯੋਗ ਹੈ, ਕਿਉਂਕਿ ਜਿਸ ਮਕਸਦ ਵਾਸਤੇ ਜੀਵਨ ਮਿਲਿਆ ਸੀ, ਉਹ ਮਕਸਦ ਨੂੰ ਤੋਂ ਬਗੈਰ ਇਹ ਜੀਵਨ ਵਿਅਰਥ ਹੀ ਬਤੀਤ ਹੋ ਜਾਂਦਾ ਹੈ। ਅੰਤਲੀਆਂ ਪੰਕਤੀਆਂ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਹਨ, ਗੁਰਮਤੀ ਨਾਉ ਪਾਈਐ ਮਨਮੁਖ ਮੋਹ ਵਿਨਾਸ਼। ਇਹ ਨਾਮ ਪ੍ਰਾਪਤ ਕਿੱਥੋਂ ਹੁੰਦਾ ਹੈ? ਇਹ ਨਾਮ ਪ੍ਰਾਪਤ ਹੁੰਦਾ ਹੈ ਗੁਰੂ ਦੀ ਮੱਤ ਤੋਂ, ਗੁਰੂ ਦੀ ਸਿੱਖਿਆ ਧਾਰਨ ਕੀਤਿਆਂ ਹੀ ਪ੍ਰਾਪਤ ਹੁੰਦਾ ਹੈ। ਤੇ ਮਨ ਦੇ ਮਗਰ ਜਿਹੜੇ ਲੱਗੇ ਹੁੰਦੇ ਹਨ, ਜਿਹੜੇ ਮਨਮੁਖ ਹਨ, ਉਹ ਕੇਵਲ ਤੇ ਕੇਵਲ ਮਾਇਆ ਦੇ ਮੋਹ ਜਾਲ ਦੇ ਵਿੱਚ ਫਸ ਕੇ ਹੀ ਆਪਣਾ ਜੀਵਨ ਦਾ ਨਾਸ਼ ਕਰ ਲੈਂਦੇ ਹਨ, ਉਹਨੂੰ ਵਿਨਾਸ਼ ਕਰ ਲੈਂਦੇ ਹਨ। ਇਸ ਲਈ ਗੁਰੂ ਸਾਹਿਬ ਪ੍ਰੇਰਨਾ ਕਰਦੇ ਹਨ, ਸਾਨੂੰ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਹਨ। ਆਖਰੀ ਪੰਕਤੀ ਵਿੱਚ ਅਰਦਾਸ ਕਰਦੇ ਹੋਇਆ ਕਹਿੰਦੇ ਹਨ, ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ। हे ਪ੍ਰਭੂ, ਨਾਨਕ ਤਾਂ ਤੇਰਾ ਦਾਸ ਹੈ, ਤੇਰਾ ਸੇਵਕ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਹੀ ਤੂੰ ਮੇਰੀ ਰੱਖਿਆ ਕਰ ਲੈ, ਮੈਨੂੰ ਰੱਖ ਲੈ, ਜਿਸ ਹਾਲ ਵਿੱਚ ਚਾਹੇ ਤੂੰ ਮੈਨੂੰ ਰੱਖ ਲੈ। ਤੋ ਇਹ ਜਦੋਂ ਇਨਸਾਨ ਇਸ ਤਰੀਕੇ ਦੇ ਨਾਲ ਆਪਣਾ ਆਪਾ ਆਪ ਪ੍ਰਭੂ ਦੇ ਅੱਗੇ ਸਮਰਪਣ ਕਰ ਦਿੰਦਾ ਹੈ, ਤਾਂ ਪ੍ਰਭੂ ਬਖਸ਼ਿੰਦ ਹੈ। ਉਹਦਾ ਸੁਭਾਅ ਹੀ ਹੈ ਕਿ ਜੋ ਉਹਦੀ ਸ਼ਰਨ ਵਿੱਚ ਆਉਂਦਾ ਹੈ ਉਸਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਉਹ ਸੁਆਮੀ, ਉਸ ਮਾਲਕ ਦਾ ਇਹ ਬਿਰਧ ਹੈ, ਉਹਦਾ ਇਹ ਸੁਭਾਅ ਹੈ ਕਿ ਜਿਹੜਾ ਵੀ ਉਹਦੀ ਸ਼ਰਨ ਵਿੱਚ ਆਉਂਦਾ ਹੈ, ਜਿਹੜਾ ਆਪਣੇ ਆਪ ਨੂੰ ਉਹਦੇ ਦਰ ਦੇ ਉੱਤੇ ਸਮਰਪਣ ਕਰ ਦਿੰਦਾ ਹੈ, ਉਹ ਉਹਨੂੰ ਆਪਣੇ ਕੰਠ ਨਾਲ ਲਾ ਲੈਂਦਾ ਹੈ, ਆਪਣੇ ਗਲੇ ਨਾਲ ਮੇਲ ਲੈਂਦਾ, ਆਪਣੇ ਨਾਲ ਹੀ ਮੇਲ ਲੈਂਦਾ ਹੈ। तो ਜਿਹੜੇ ਹਉਮੈ ਦੇ ਵਿੱਚ ਟਿਕੇ ਰਹਿੰਦੇ ਹਨ, ਫਸੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਦੂਰ ਹੀ ਰਹਿੰਦੇ ਹਨ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸਾਂ ਇੱਕ ਠਾਏ। तो ਹਉਮੈ ਨੂੰ ਤਿਆਗ ਕੇ, ਜਿਹੜਾ ਆਪਾ ਭਾਵ ਤਿਆਗ ਕੇ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਸਮਰਪਣ ਕਰਕੇ ਇਉਂ ਬੇਨਤੀ ਕਰਦਾ ਹੈ, ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ। ਨਾਨਕ ਦੇ ਕੱਕੇ ਨੂੰ ਔਂਕੜ ਹੈ, ਤਾਂ ਇੱਥੇ ਨਾਨਕ ਸੰਬੋਧਨ ਨਹੀਂ ਹੈ, ਬਲਕਿ ਸਟੇਟਮੈਂਟ ਹੈ। ਨਾਨਕ ਇੱਕ ਵਚਨ ਪੁਲਿੰਗ ਦੇ ਰੂਪ ਵਿੱਚ ਆਇਆ ਹੈ ਕਿ ਨਾਨਕ ਤਾਂ ਤੇਰਾ ਦਾਸ ਹੈ, ਤਾਂ ਇਸ ਲਈ ਤੇਰੇ ਅੱਗੇ ਬੇਨਤੀ ਹੈ ਕਿ ਜਿਵੇਂ ਤੈਨੂੰ ਚੰਗਾ ਲੱਗੇ
तिवें ही तू दास नानक नूं रख लै। तो ये इस तरीके दे नाल अपनी हौमे नूं बिल्कुल त्याग के अपने आप नूं गुरु दे प्रभु दे अगे समर्पण करके ही प्रभु की कृपा दा प्रभु की बख्शिश का पात्र बनया जा सकता है। हुण पौड़ी दे विच गुरु साहब अगे फरमाते हैं, पौड़ी सबको तेरा तू सबसदा तू सबना रास सब तुदै पासों मंगदे नित कर अरदास जिस तू दे तिस सब किछ मिलै इतना दूर है पास तुद बाजो थाओ को नहीं जिस पासों मंगी है मन वेखो को निर्जास सब तुदै नूं सलाहंदे दर गुरमुखां नूं प्रगास। पौड़ी गुरु साहब हुण परमात्मा नूं संबोधन करके कहते हैं कि सब को तेरा तू सबसदा, हे प्रभु सारे ही जीव तेरे ही हैं, तेरे ही साजे हुए हैं, तेरे ही बनाए हुए हैं। तू सबसदा, तू सब दा मालक है, सब दा रचनहार है, सब दी पालना करने वाला ही है। तू सबना रास ते सब दे जीवन दी रास कुंजी भी तू आप है। सब दे अंदर तू अपनी जोत टिकाई हुई है। ये जिंद दे अंदर जो जीव दे अंदर सब जीवां दे अंदर तू अपनी जोत नूं सब दे अंदर टिकाया होया है। सो सारे ही तेरे पैदा किए हुए हैं। तू सबना दा खसम है, मालक है, सबना दी तू रास पूंजी है। सब तुदे पासों मंगदे नित कर अरदास, और सारे जीव तेरे अगे ही अरजोइयां कर करके तेरे पासों ही अनेकां दातां मंगदे हैं हमेशा। ते जिन्हां दे उत्ते तू बख्शिश करके दातां दे दिंदा है, जिस तू दे तिस सब कुछ मिले, उसनों सब कुछ प्राप्त हो जाता है, वो पूरी तरह नाल रज जाता है, फिर वो जीवन में कोई घाट नहीं रह जाती। पर यह अवस्था उन्हों की बनती है जिहड़े तेरी दात का शुकराना करते हैं, तेरी दात नूं प्राप्त करके ते तेरे इस गल का शुकराना करते हैं कि तू ते दात तू उन्होंने बख्शिश की है, तो उन्होंने अंदर सबर की भावना, शुकराने की भावना आ जाती है। पर कई ऐसे भी हैं जिहड़े सारिया दातां नूं मानते हुए भी, भोगते हुए भी उस प्रभु नूं भुलाई रखते हैं, उन्होंने चेते भी नहीं करते। ते उन्हां दे जीवन दे विच प्रभु पास हुंदियां होइयां भी उन्हां दी जिंदगी तो दूर ही हुंदा है। उन्हां दी सुरत विच, उन्हां दे ख्याल दे विच भी प्रभु की याद नहीं हुंदी। सो एक इत्थे इस इक्को पंक्ति के अंदर दोनों का कंट्रास्ट गुरु साहब डिस्क्राइब कर रहे हैं कि जिस तू दे ते सब कुछ मिला, जिन्होंने तू बख्शिश करके दाता देंदा है, असल में तो उन्होंने सब कुछ ही मिल जाता है, वो रज जाता है। पर रजदा असल में वही है जिहड़ा जिहड़ा शुक्र करता है, प्रभु का धन्यवाद करता है, तो सबर दे विच आ जाता है। पर ऐसे भी लोग हैं जिहड़े प्रभु नूं भुलाई रखते हैं, तो प्रभु उन्हां दे नेड़े हुंदियां होइयां भी उन्हां दी जिंदगी विचों दूर ही हुंदा है, उन्हां नूं ध्यान ही नहीं आंदा कि प्रभु साडे नाल अंग संग। पर असलीयत तो यही है कि तुद बाजों थाओ को नहीं जिस पासों मंगी है मन वेखो को निर्जास। कोई बेशक अपने मन दे नाल ये निर्जास निर्णय फैसला करके एनालाइज करके सोच समझ के वेख लवे, मन वेखो को निर्जास, कोई भी बेशक अपने मन दे विच ये निर्णय करके देख लवे कि हे प्रभु तेरे पासों, तेरे तो बिना कोई होर दूजी ऐसी थां ही नहीं है जिथों जाके किसी कोलों कुछ होर कोलों मंगिया जा सकता। इसलिए पौड़ी की दूजी पंक्ति गुरु साहब ने आख्या कि सब तुदै पासों मंगदे नित कर अरदास। जो कुछ भी कोई हासिल करता है वो करता तो तेरे पासों ही प्राप्त है, तेरे पासों ही मंग के लैंदा है। वो वक्री गल है कि मंग के लैके ते फिर तेन भुला देंदे हैं। पर यह सच्चाई है कि तुद बाजों थाओं को नहीं जिस पासों मंगी है, होर तेरे तो सिवाए कोई दूजी थां है ही नहीं है जिहदे पासों कुछ मंगिया जा सके। कोई भी बेशक इस गल नूं अपने मन के अंदर सोच समझ के निर्णय करके देख लवे, ये सच्चाई उसनों समझ आ जानी चाहिए है कि तेरे तो बिना होर कोई है ही नहीं है। तो इसलिए
ਗੁਰੂ ਸਾਹਿਬ ਕਹਿੰਦੇ ਹਨ ਕਿ ਸਭ ਤੁਧੈ ਨੂੰ ਸਲਾਹੁੰਦੇ, ਦਰ ਗੁਰਮੁਖਾਂ ਨੂੰ ਪ੍ਰਗਾਸ। ਤੋ ਜਿਹੜੇ ਸਾਰੇ ਹੀ ਜੀਵ ਤੇਰੀ ਵਡਿਆਈ ਕਰਦੇ ਹਨ, ਜਿਹੜੇ ਤੇਰੇ ਪਾਸੋਂ ਦਾਤਾਂ ਪ੍ਰਾਪਤ ਕਰਕੇ ਤੇਰਾ ਸ਼ੁਕਰਾਨਾ ਕਰਦੇ ਹਨ, ਜਿਹੜੇ ਗੁਰੂ ਦੇ ਸਨਮੁਖ ਹੁੰਦੇ ਹਨ, ਉਹਨਾਂ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਇਹ ਪ੍ਰਕਾਸ਼ ਹੋ ਜਾਂਦਾ ਹੈ, ਇਹ ਸੱਚਾਈ ਪ੍ਰਗਟ ਹੋ ਜਾਂਦੀ ਹੈ ਕਿ ਸਭਨਾਂ ਦਾ ਦਾਤਾ ਤੂੰ ਹੀ ਹੈ, ਤੇਰੇ ਪਾਸੋਂ ਹੀ ਸਭ ਦਾਤਾਂ ਮਿਲਦੀਆਂ ਹਨ। ਮਨ ਦੇ ਮਗਰ ਚੱਲਣ ਵਾਲੇ ਜਿਹੜੇ ਹਨ ਉਹ ਇਸ ਸੱਚਾਈ ਤੋਂ ਕੋਰੇ ਰਹਿ ਜਾਂਦੇ ਹਨ, ਉਹਨਾਂ ਦਾ ਜੀਵਨ ਅੰਧਕਾਰਮਈ ਹਉਮੈ ਦੇ ਅੰਧਕਾਰ ਦੇ ਵਿੱਚ ਬੀਤਦਾ ਹੈ। ਪਰ ਗੁਰਮੁਖਾਂ ਨੂੰ ਇਹ ਪ੍ਰਗਾਸ ਹੋ ਜਾਂਦਾ ਹੈ, ਇਹ ਚਾਨਣ ਹੋ ਜਾਂਦਾ ਹੈ ਕਿ ਤੇ ਸਭ ਦਾਤ ਤੇਰੀ ਹੀ ਦਿੱਤੀ ਹੋਈ ਹੈ, ਤੇ ਉਹ ਫਿਰ ਤੇਰੇ ਦਰ ਦੇ ਉੱਤੇ ਪ੍ਰਗਟ ਹੁੰਦੇ ਹਨ, ਤੇਰੀ ਹੀ ਸਿਫਤ ਸਲਾਹ ਕਰਕੇ ਤੇਰੇ ਨਾਲ ਉਹ ਇਕਮਿਕ ਹੋ ਜਾਂਦੇ ਹਨ, ਤੇਰੇ ਨਾਲ ਹੀ ਜੁੜ ਜਾਂਦੇ ਹਨ। ਤਾਂ ਪੌੜੀ ਦੇ ਅੰਦਰ ਪ੍ਰਭੂ ਨੂੰ ਡਾਇਰੈਕਟ ਸੰਬੋਧਨ ਕਰਕੇ ਗੁਰੂ ਸਾਹਿਬ ਪ੍ਰਭੂ ਦੀ ਸਿਫਤ ਸਲਾਹ ਕਰਦੇ ਹੋਇਆਂ ਇਸ ਗੱਲ ਦਾ ਸਾਨੂੰ ਅਹਿਸਾਸ ਕਰਾਉਂਦੇ ਹਨ ਕਿ ਜ਼ਿੰਦਗੀ ਦੇ ਅੰਦਰ ਸਭ ਦਾਤਾਂ ਜਿਹੜੀਆਂ ਅਸੀਂ ਮੰਨ ਰਹੇ ਹਾਂ ਉਹ ਕੇਵਲ ਤੇ ਕੇਵਲ ਪ੍ਰਭੂ ਪਾਸੋਂ ਹੀ ਸਾਨੂੰ ਪ੍ਰਾਪਤ ਹੁੰਦੀਆਂ ਹਨ। ਉਸ ਤੋਂ ਛੁੱਟ ਕੋਈ ਦੂਜੀ ਹੋਰ ਥਾਂ ਹੈ ਹੀ ਨਹੀਂ ਜਿੱਥੋਂ ਕਿਸੇ ਨੂੰ ਕੋਈ ਪ੍ਰਾਪਤ ਕੁਝ ਹੋ ਸਕੇ। ਸਭ ਦਾਤਾਂ ਸਭ ਮੰਗਾਂ ਪੂਰੀਆਂ ਕਰਨ ਵਾਲਾ ਉਹ ਪ੍ਰਭੂ ਹੀ ਹੈ। तो इसलिए उसकी सिफत सलाह करनी ये साडे जीवन का अहम मकसद और फर्ज भी है। उसकी सिफत सलाह के नाल ही जुड़ना चाहिए है, ता ही उसके दर तो बख्शिशां की जो बख्शिशां की जो बरसात है ये कंटिन्यूस होती रहती है, सब दातां उस तो प्राप्त होंदियां रहंदियां हैं। तो इतने ही वचन प्रवान करने जी, होइयां भुल्लां दी खिमा। वाहिगुरू जी का खालसा, वाहिगुरू जी की फतेह।